ਟਰੂਸਕੂਪ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਰਿਟਾਇਰ ਬ੍ਰਿਗੇਡੀਅਰ ਮਹਿੰਦਰ ਪ੍ਰਤਾਪ ਸਿੰਘ ਬਾਜਵਾ, ਜਿਨ੍ਹਾਂ ਨੂੰ ਕਾਰਗਿਲ ਦਾ ਹੀਰੋ ਵੀ ਕਿਹਾ ਜਾਂਦਾ ਹੈ। ਤੇ ਅੱਜ ਦੀ ਆਪਾਂ ਗੱਲ ਜਿਹੜੀ ਕਰਾਂਗੇ, ਜਿਹੜਾ ਕਿ ਸਿਚੁਏਸ਼ਨ ਚੱਲ ਰਹੀ ਹੈ ਇੰਡੀਆ ਤੇ ਚਾਈਨਾ ਦੀ, ਜੋ ਕਿ ਗਲਵਾਨ ਘਾਟੀ ਦੇ ਵਿੱਚ ਜਿਹੜੇ ਕਿ ਸਾਡੇ ਆਰਮੀ ਦੇ ਸ਼ਹੀਦ ਹੋਏ ਹੈਗੇ ਆ ਆਰਮੀ ਮੈਨ, ਉਹਨਾਂ ਦੇ ਬਾਰੇ ਗੱਲ ਕਰਾਂਗੇ ਮਹਿੰਦਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਨਾਲ। ਸਰ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਟਰੂਸਕੂਪ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਅਮਨਪਾਲ ਜੀ। ਸਰ, ਜਿਹੜਾ ਕਿ ਗਲਵਾਨ ਘਾਟੀ ਦਾ ਇਹ ਮਸਲਾ ਹੁਣ ਚੱਲ ਰਿਹਾ, ਜਿਹੜਾ ਕਿ ਇਹ ਹੁਣ ਉੱਥੇ ਜਿਹੜੇ ਸਾਡੇ ਸ਼ਹੀਦ ਹੋਏ ਨੇ ਜਵਾਨ, ਉਹਨਾਂ ਬਾਰੇ ਸਰ, ਜਿਹੜੇ ਕਿ ਸ਼ਹੀਦ ਹੋਣ ਦਾ ਜਿਹੜਾ ਕੀ ਕਾਰਨ ਰਿਹਾ ਹੈਗਾ, ਕਿ ਕਿੱਦਾਂ ਇਹ ਚਾਈਨਾ ਆਰਮੀ ਉੱਥੇ ਤੱਕ ਪਹੁੰਚੀ, ਉਹਦੇ ਬਾਰੇ ਸਰ ਥੋੜ੍ਹਾ ਵਿਸਥਾਰ ਨਾਲ ਦੱਸਿਓ। ਇਹ ਮੈਂ ਦੋ ਚੀਜ਼ਾਂ ਵਿਸਤਾਰ ਨਾਲ ਦੱਸਣੀਆਂ ਚਾਹੁੰਦੀ ਹਾਂ, ਜਿਹੜਾ ਕਿ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਜਾਂ ਜਿਹਨਾਂ 'ਚ ਆਪਸ ਦੇ ਵਿੱਚ ਥੋੜ੍ਹਾ ਜਿਹਾ ਨਹੀਂ ਕਲੀਅਰ ਹੈ। ਇੱਕ ਤਾਂ ਹੈ ਜੋ ਕਿ ਏਰੀਆ ਪਿੰਗੋਂਗਸੇ ਲੇਕ ਏਰੀਆ ਹੈ। ਉਹ ਏਰੀਆ ਉਹ 'ਚ ਕਹਿੰਦੇ ਅਸੀਂ ਫਿੰਗਰ 1 ਤੋਂ ਲੈ ਕੇ ਫਿੰਗਰ 2 3 4 5 6 7 8 ਫਿੰਗਰ ਤੱਕ। ਫਿੰਗਰ ਉਹ ਤਾਂ ਕਹਿੰਦੇ ਨੇ, ਲੇਕ ਜਿਹੜੀ 134 ਕਿਲੋਮੀਟਰ ਲੰਬੀ ਹੈ, ਔਰ ਉਸ ਲੇਕ 'ਚ ਇੱਕ ਪਹਾੜਾਂ ਦੀਆਂ ਫਿੰਗਰਸ ਨੀਚੇ ਆਉਂਦੀਆਂ ਨੇ, ਜਿਹਨੂੰ ਅਸੀਂ ਫਿੰਗਰਸ ਦੇ ਨਾਮ ਦਿੱਤੇ ਪਏ ਨੇ। ਫਿੰਗਰ 4 ਤੱਕ LAC ਜਾਂਦੀ ਹੈ। ਸਾਡੀ ਜਿਹੜੀ ਰੋਡ ਹੈ ਉਹ ਪਿੰਗੋਂਗਸੇ ਲੇਕ, ਜਿਹੜਾ ਏਰੀਆ ਸਾਡੇ ਕੋਲ ਅੰਡਰ ਸਾਡੇ ਹੈ ਲੇਕ, ਬਾਕੀ ਜਿਹੜੀ ਹੈ 1/3 ਉਹ ਜਿਹੜੀ ਉਹਦੇ ਕੋਲ ਹੈ ਚਾਈਨਾ ਦੇ ਅੰਦਰ, ਉਹਦੇ ਨਾਲ ਅਸੀਂ ਰੋਡ ਬਣਾਈ ਹੈ। ਥੋੜ੍ਹੀ ਦੇਰ ਜਾ ਕੇ ਕੱਚਾ ਰੋਡ ਹੈ, ਜਿਹੜੀ ਕਿ ਉਸ ਤੋਂ ਬਾਅਦ ਫਿੰਗਰ 4 ਤੋਂ ਹੈ। ਸਾਡੀ ਜਿਹੜੀਆਂ ਪੈਟਰੋਲਿੰਗ ਨੋਰਮਲ ਕੀ ਹੁੰਦੀਆਂ ਸੀ, ਕਿ ਗਰਮੀਆਂ ਦੇ ਵਿੱਚ ਪੈਟਰੋਲਿੰਗ ਜਾਂਦੀ ਸੀ, ਉਹ ਜਾ ਕੇ ਫਿੰਗਰ 8 ਤੱਕ ਜਾ ਕੇ ਵਾਪਸ ਆਉਂਦੀ ਸੀ। ਇਸ ਤਰ੍ਹਾਂ ਚਾਈਨਾ ਦੀ ਪੈਟਰੋਲ ਆਉਂਦੀ ਸੀ, ਉਹ ਫਿੰਗਰ 4 ਤੱਕ ਵਾਪਸ ਆ ਕੇ ਤੇ ਫਿਰ ਵਾਪਸ ਚੱਲ ਜਾਂਦੀ ਸੀ। ਐਤਕੀ 8 ਕਿਲੋਮੀਟਰ ਅੰਦਰ ਆ ਕੇ ਜਿਹੜਾ ਕਿ ਡਿਸਟੈਂਸ ਹੈਗਾ ਫਿੰਗਰ 8 ਔਰ 4 ਦਾ, ਉਹ ਆ ਕੇ 4 ਤੇ ਪੈਟਰੋਲ ਵਾਪਸ ਨਹੀਂ ਗਈ ਔਰ ਉੱਥੇ ਬੈਠ ਗਈ। ਸਰ, ਇਹ ਕੀ ਕਾਰਨ ਰਿਹਾ ਕਿ ਇਹ ਉੱਥੇ ਆ ਕੇ ਬੈਠ ਗਈ, ਕਿ ਇੱਥੇ ਆਪਣੀ ਪੈਟਰੋਲਿੰਗ ਜਿੱਦਾਂ ਰੈਗੂਲਰ ਚੱਲਦੀ ਸੀਗੀ, ਤੇ ਆਪਣੇ ਜਿਹੜੇ ਇੱਥੇ ਦੇ ਆਰਮੀ ਵਾਲੇ ਸੀਗੇ ਉਹ ਉੱਥੇ ਗਏ ਨਹੀਂ ਸੀ ਉਸ ਟਾਈਮ? ਤੇ ਕੀ ਉਹਦਾ ਕਾਰਨ ਮੇਨ ਇਹ ਸੀ ਕਿ ਜਿਹੜਾ ਪੈਟਰੋਲਿੰਗ ਦਾ ਟਾਈਮ ਹੁੰਦਾ ਸਾਡਾ, ਕਿਉਂ ਜੋ ਬਰਫ਼ ਪਈ ਹੁੰਦੀ ਹੈ, ਉਹ ਪੈਟਰੋਲਿੰਗ ਟਾਈਮ ਸਾਡਾ ਹੁੰਦਾ ਹੁਣ ਮਈ ਜੂਨ ਦੇ ਵਿੱਚ। ਅਪ੍ਰੈਲ ਤੋਂ ਸ਼ੁਰੂ ਹੋ ਜਾਂਦਾ, ਜਦੋਂ ਬਰਫ਼ ਢਲ ਜਾਂਦੀ ਥੋੜ੍ਹੀ, ਔਰ ਪੈਟਰੋਲਿੰਗ ਸ਼ੁਰੂ ਹੋ ਜਾਂਦੀ ਹੈ। ਜਦੋਂ ਸਾਡੀ ਪੈਟਰੋਲਸ ਗਈਆਂ ਨੇ, ਔਰ ਮੈਂ ਇਹ ਕਹਿਣਾ ਵੀ ਮੁਨਾਸਿਬ ਸਮਝਾਂਗਾ, ਐਤਕੀ ਥੋੜ੍ਹਾ ਡਿਲੇ ਇਸ ਕਰਕੇ ਵੀ ਹੋਇਆ, ਸ਼ਾਇਦ ਕਰੋਨਾ ਕਰਕੇ। ਜਦੋਂ ਅਪ੍ਰੈਲ ਤੱਕ ਸਾਡੀ ਛੁੱਟੀ ਰੋਕੀ ਗਈ ਹਰ ਜਵਾਨਾਂ ਦੀ, ਜਿਹੜਾ ਕਿ ਕੋਈ ਛੁੱਟੀ 'ਤੇ ਜਵਾਨ ਸੀ ਉਹਨੂੰ ਸਭ ਨੂੰ ਕਿਹਾ ਗਿਆ ਕਿ ਵਾਪਸ ਨਹੀਂ ਆਉਣਾ, ਜੁਆਇਨ ਨਹੀਂ ਕਰਨਾ ਪਲਟਨ 'ਚ, ਉਹਦੇ ਕਰਕੇ ਔਰ ਥੋੜ੍ਹੀ ਸਟਾਕਿੰਗ ਕਰਕੇ ਇਹ ਡਿਲੇ ਜ਼ਰੂਰ ਹੋਇਆ। ਪਰ ਉਹਨਾਂ ਦਾ ਆ ਕੇ ਉੱਥੇ ਆਕੂਪਾਈ ਕਰਨਾ ਚਾਈਨੀਜ਼ ਨੂੰ ਫਿੰਗਰ 4 'ਤੇ ਜਾਂ ਇਹ ਗਲਵਾਨ ਵੈਲੀ ਦੇ ਵਿੱਚ PP ਪੁਆਇੰਟ 14 'ਤੇ, ਇਹ ਜਿਹੜੇ ਔਰ ਟ੍ਰੈਂਚਿਸ ਵੀ ਕੁਛ ਪਿੱਛੇ ਬਣਾਈਆਂ ਪਈਆਂ, ਕੁਛ ਬੇਸਿਸ ਦਾ ਪਤਾ ਲੱਗਾ, ਜਿਹੜੀ ਕਿ ਸੈਟਲਾਈਟ ਪਿਕਚਰਸ ਹੁਣ ਸ਼ੋਅ ਕਰਦੀਆਂ ਨੇ। ਇਹ ਪਹਿਲਾਂ ਕਿਉਂ ਨਹੀਂ ਰॉ 'ਤੇ? ਮੈਂ ਫਿਰ ਕਹਾਂਗਾ ਇਹ ਇੰਡੀਆ ਦਾ, ਜਿਵੇਂ ਕਿ ਕਾਰਗਿਲ 'ਚ ਹੋਇਆ, ਇਹ ਇੰਟੈਲੀਜੈਂਸ ਫੇਲੀਅਰ ਐਟ ਦਾ ਹਾਈਐਸਟ ਲੈਵਲ। ਕਿਉਂ ਮੈਂ ਕਹਾਂਗਾ ਹਾਈਐਸਟ ਲੈਵਲ 'ਤੇ? ਕਿਉਂ ਉੱਥੇ ਵੀ ਰॉ ਦੀ ਸੀ ਕਿ ਕਿਸੇ ਨੇ ਜੁਆਇੰਟ, ਜਿਹੜੀ ਸਾਡੀ 15 ਦਿਨ 'ਚ ਜੁਆਇੰਟ ਇੱਕ ਇੰਟੈਲੀਜੈਂਸ ਮੀਟਿੰਗ ਹੁੰਦੀ ਹੈ ਆਰਮੀ ਹੈੱਡਕੁਆਟਰ 'ਚ, ਉਹਦੇ ਵਿੱਚ ਜਿਸ 'ਚ ਕਿ ਸਾਰੇ ਸ਼ਾਮਲ ਹੁੰਦੇ ਨੇ, IB ਵਾਲੇ ਵੀ ਹੁੰਦੇ ਨੇ, ਇੰਟੈਲੀਜੈਂਸ ਵਾਲੇ ਵੀ ਹੁੰਦੇ ਨੇ, ਸਿਵਲ ਦੇ, ਮਿਲਟਰੀ ਇੰਟੈਲੀਜੈਂਸ, ਹਰ ਇੱਕ ਦੀ ਇਨਪੁਟ ਹੁੰਦਾ ਰॉ ਦਾ ਵੀ। ਇਹ ਪਤਾ ਲੱਗਣਾ ਚਾਹੀਦਾ ਸੀ ਪਹਿਲਾਂ ਸੈਟਲਾਈਟ ਪਿਕਚਰਸ ਤੋਂ, ਕਿ ਚਾਈਨੀਜ਼ ਜਿਹੜੇ ਨੇ ਐਤਕੀ ਉਹਨਾਂ ਦਾ ਜੋ ਮਕਸਦ ਹੈ ਔਰ ਮਨਸੂਬਾ ਠੀਕ ਨਹੀਂ। ਪਰ ਮੈਂ ਉਸ ਜਾਂਦਾ ਨਹੀਂ ਵਿਵਾਦ 'ਚ। ਮੈਂ ਇਹ ਕਹਿਣਾ ਚਾਹਾਂਗਾ ਜਿਹੜੀ ਪ੍ਰੈਜ਼ੈਂਟ ਪੋਜੀਸ਼ਨ ਹੈ, ਇਹਦੇ ਵਿੱਚ ਜਿਹੜਾ ਧੱਕਾ ਮੁੱਕੀ ਹੈ, ਇਸ ਕਰਕੇ ਗੋਲੀ ਨਹੀਂ ਚੱਲਦੀ। ਕਿਉਂ ਜੋ ਸਾਡਾ 67 ਜਿਹੜੀ ਲੜਾਈ ਹੋਈ ਸੀ ਨਾਥੂਲਾ ਦੇ ਵਿੱਚ, ਸਿੱਕਮ ਏਰੀਏ 'ਚ, ਉੱਥੇ ਏਰੀਆ ਚੋਲਾ ਦੇ ਵਿੱਚ ਲੜਾਈ ਹੋਈ ਸੀ, ਉਹਦੇ ਵਿੱਚ ਗੋਲੀ ਚੱਲੀ ਸੀ, ਜਿਸ 'ਚ 80 ਬੰਦੇ ਸਾਡੇ ਸ਼ਹੀਦ ਹੋ ਗਏ ਸਨ ਔਰ 200 ਬੰਦੇ ਚਾਈਨੀਜ਼ ਦੇ ਵੀ ਮਾਰੇ ਗਏ ਸਨ। ਉਸ ਤੋਂ ਬਾਅਦ ਐਗਰੀਮੈਂਟ ਹੋਇਆ ਸੀ। ਉਸ ਤੋਂ ਬਾਅਦ ਐਗਰੀਮੈਂਟ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਕੋਈ ਵੀ ਅੱਗੇ ਤੋਂ ਜਿਹੜਾ ਵਿਵਾਦ ਹੁੰਦਾ ਹੈ ਐਸਾ ਬਾਰਡਰ ਦਾ, ਉਹਦੇ ਵਿੱਚ ਆਪਸ 'ਚ ਗੱਲਬਾਤ ਕੀਤੀ ਜਾਏ, ਕੰਪਨੀ ਕਮਾਂਡਰ ਲੈਵਲ 'ਤੇ, ਜਿਹੜਾ CO ਦੇ ਲੈਵਲ 'ਤੇ, ਔਰ ਗੋਲੀ ਨਹੀਂ ਚੱਲਣੀ ਚਾਹੀਦੀ। ਆਪਸ ਤੁਸੀਂ ਗੱਲਬਾਤ ਦੇ ਥਰੂ ਇਹ ਗੱਲ ਕਰੋ। ਇਸ ਕਰਕੇ ਤੁਸੀਂ ਵੇਖੋਗੇ ਕਿ ਐਕਸਾਈਜ਼ ਚੇਨ ਦੇ ਵਿੱਚ ਵੀ ਤੁਸੀਂ ਹੈਰਾਨ ਹੋਵੋਗੇ ਕਿ ਗੋਲੀ ਨਹੀਂ ਚੱਲੀ, ਕਿਉਂ ਜੋ ਏਰੀਆ LAC ਹੈ, LC ਨਹੀਂ ਹੈ ਪਾਕਿਸਤਾਨ ਦੀ ਤਰ੍ਹਾਂ ਦੇ। ਲਾਈਨ ਆਫ ਐਕਚੁਅਲ ਕੰਟਰੋਲ ਹੈ, ਜਿਹਦੇ ਵਿੱਚ ਹੁੰਦੇ ਨੇ, ਪੈਟਰੋਲਿੰਗ ਕਰਦੇ ਨੇ, ਵਾਪਸ ਚੱਲ ਜਾਂਦੇ। ਸਾਡੀ ਕੋਈ ਪਰਮਾਨੈਂਟ ਪੋਸਟ ਨਹੀਂ ਹੈ। ITBP ਦੀਆਂ ਪੋਸਟ ਪਿੱਛੇ ਨੇ ਸਾਡੀਆਂ, ਇੱਧਰ ਵੀ ਪਿੱਛੇ ਨੇ, ਉੱਧਰ ਵੀ ਸਾਡੀਆਂ ਰੋਡ ਦੇ ਉੱਤੇ ਨੇ। PP ਪੁਆਇੰਟ ਗਲਵਾਨ ਵੈਲੀ ਦੇ ਵਿੱਚ ਵੀ ਜਿਹੜੀ ਕਿ ਰੋਡ ਜਾ ਰਹੀ ਹੈ ਦੌਲਤ ਬੇਗ
ओल्ड बेग ओल्डी नूं ਜਿਹੜਾ ਇਸ 'ਤੇ ਮੈਂ ਚਾਹੁੰਦਾ ਕਿ ਕਹਿਣਾ ਕਿ ਇਹ ਜਿਹੜੇ ਸੀ ਉਹੀ ਚੱਲ ਰਿਹਾ ਸੀ ਜਿਹੜਾ ਲੋਕਾਂ ਨੇ ਦੇਖਿਆ ਕਿ ਕਿਉਂ ਨਹੀਂ ਗੋਲੀ ਚੱਲ ਰਹੀ, ਧੱਕਾ ਮੁੱਕੀ ਕਿਉਂ ਹੋ ਰਹੀ ਐਕਸਾਈਜ਼ ਚੀਨ ਸ਼ੁਰੂ 'ਚ ਉਹ ਪੰਗੋਂਗਸੇ ਲੇਕ ਦੀ ਫਿੰਗਰ ਫੋਰ ਦੀ ਚੀਜ਼ ਸੀ ਜਿਹੜੀ ਕਿ ਉਹਨਾਂ ਨੇ ਪਿੱਛੇ ਥੋੜ੍ਹਾ ਜਿਹਾ ਹੋ ਗਏ। ਪਰ ਜਿਹੜਾ ਹੁਣ ਫਲੈਸ਼ ਪੁਆਇੰਟ ਹੈ ਜਿਹੜੀ ਆਈ ਹੈ ਰਿਪੋਰਟ ਉਹ ਜਿੱਥੇ ਕਲੈਸ਼ ਹੋਇਆ ਇਹ ਗਲਵਾਨ ਵੈਲੀ ਹੈ ਜਿਹੜਾ ਕਿ ਉਹਦੇ ਨਾਲ ਹੀ ਅੱਗੋਂ ਲੱਗਦਾ ਏਰੀਆ ਜਿਹੜਾ ਕਿ ਤੁਸੀਂ ਆ ਮੈਪ 'ਤੇ ਵੇਖੋਗੇ ਗਲਵਾਨ ਵੈਲੀ ਹੈ। ਗਲਵਾਨ ਵੈਲੀ ਤੋਂ ਸਭ ਤੋਂ ਵੱਡੀ ਜ਼ਰੂਰੀ ਚੀਜ਼ ਮੈਂ ਇਹ ਦੱਸਣੀ ਚਾਹਾਂਗਾ ਕਿ ਗਲਵਾਨ ਵੈਲੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਜਿਹੜੀ ਹੋਈ ਐਤਕੀ ਪਿਛੇ 2019 ਦੇ ਵਿੱਚ ਅਸੀਂ ਇੱਕ ਦਰਬਕ ਏਰੀਏ 'ਚੋਂ ਜਿਹੜਾ ਦੌਲਤ ਬੇਗ ਓਲਡੀ ਇੱਕ ਏਅਰ ਸਟ੍ਰਿਪ ਸੀ ਜਿਹੜੀ ਬੜੀ ਛੋਟੀ ਏਅਰ ਸਟ੍ਰਿਪ ਸੀ ਇਹਦਾ ਔਰ ਦਰਬਕ ਏਰੀਆ ਤੋਂ ਦਰਬਕ ਦੇ ਨਾਲ ਹੀ ਪੰਗੋਂਗਸੇ ਲੇਕ ਸੱਜੇ ਪਾਸੇ ਪੈਂਦੀ ਜਿਹੜੇ ਕਿ ਦਿਖਾਈ ਤੇ ਨਹੀਂ ਦਿੱਤੀ ਔਰ ਨਾਲ ਹੀ ਏਰੀਆ ਇਹ PP ਪੁਆਇੰਟ 14 ਹੈ ਜਿੱਥੇ ਕਲੈਸ਼ ਹੋਇਆ ਸੀ। ਇਹ ਰੋਡ ਤੋਂ ਇਹ ਜਿਹੜੀ ਰੋਡ ਗਈ ਹੈ ਇਹ 230 ਕਿਲੋਮੀਟਰ ਲੰਬੀ ਰੋਡ ਬਣਾਈ ਅਸੀਂ। ਸ਼ੋਕ ਰਿਵਰ ਤੋਂ ਪਹਿਲਾਂ ਪੁਲ ਨਹੀਂ ਸੀ ਕੋਈ ਔਰ ਛੋਟੀ ਗੱਡੀ ਜਾ ਸਕਦੀ ਸੀ, ਵੱਡੀਆਂ ਗੱਡੀਆਂ ਨਹੀਂ ਜਾ ਸਕਦੀਆਂ ਸੀ, ਕੋਈ ਕ੍ਰਾਸ ਨਹੀਂ ਕਰ ਸਕਦਾ। ਅਸੀਂ ਇਹ ਸਟੈਪ ਨੂੰ ਵੀ ਵੱਡਾ ਬਣਾ ਦਿੱਤਾ ਜਿੱਥੇ ਕਿ ਪਹਿਲਾਂ AN12 ਲੈਂਡ ਕਰ ਸਕਦੇ ਸੀ, ਅੱਜ ਉਹ C-17 ਜਿਹੜਾ ਹਰਕਲੀਸ ਵੱਡੇ ਜਹਾਜ਼ ਜਿਹੜੇ ਲੈਂਡ ਕਰ ਸਕਦੇ ਨੇ। ਦੈਟ ਮੀਨਸ ਬੜੀ ਵੱਡਾ ਅੱਛਾ 에ਅਰਬੇਸ ਬਣ ਗਿਆ। ਔਰ ਦੌਲਤ ਬੇਗ ਓਲਡੀ ਦੇ ਨਾਲ ਹੀ ਖੱਬੇ ਪਾਸੇ ਸਾਡਾ ਸੈਚਨ ਏਰੀਆ ਇੱਥੇ ਸੈਚਨ ਏਰੀਆ। ਔਰ ਸਭ ਤੋਂ ਵੱਡੀ ਮਹੱਤਵਪੂਰਨ ਗੱਲ ਹੈ ਕਿ ਚਾਈਨਾ ਨੇ ਕੋਰੀਡੋਰ ਇੱਕ ਖੋਲ੍ਹੀ ਹੈ ਜਿਹੜੀ ਕਿ ਇਹ ਇੰਡੀਆ ਨੂੰ ਉੱਥੋਂ ਦੀ ਕਰਕੇ ਪਾਕਿਸਤਾਨ ਨਾਲ ਇੱਕ ਹਾਈਵੇ ਕਰਾਕਰਮ ਹਾਈਵੇ ਨੂੰ ਕਹਿੰਦੇ ਨੇ ਜਾਂ ਉਹਦਾ ਨਾਮ ਜਿਹੜਾ ਹੈਗਾ ਹੈ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ CPEC ਦੇ ਨਾਂ 'ਤੇ ਜਾਣਿਆ ਜਾਂਦਾ ਹੈ। ਅਸੀਂ ਇਹ ਦੌਲਤ ਬੇਗ ਓਲਡੀ ਨੂੰ ਇਹ ਰੋਡ ਦੇ ਆਉਣ ਕਰਕੇ ਰਸਤੇ 'ਚੋਂ ਗਲਵਾਨ ਵੈਲੀ ਉੱਥੇ ਗਲਵਾਨ ਰਿਵਰ ਜਿਹੜੀ ਹੈ ਸ਼ੋਕ ਰਿਵਰ ਨੂੰ ਮਿਲਦੀ ਹੈ ਉਹਨੂੰ ਗਲਵਾਨ ਵੈਲੀ ਕਿਹਾ ਜਾਂਦਾ। ਅਸੀਂ ਉੱਥੋਂ ਇੱਕ ਰੋਡ ਛੋਟੀ ਜਿਹੀ ਲਿੰਕ ਰੋਡ ਜਿਹੜੀ 8 ਕਿਲੋਮੀਟਰ ਜਿਹੜਾ ਜੀ ਹੁਣ ਝਗੜਾ ਹੈ ਚੱਲਿਆ 8 ਕਿਲੋਮੀਟਰ ਜਾ ਕੇ ਤੇ ਇਹਨਾਂ ਨੇ ਆਖਿਆ ਕਿ 14 ਪੁਆਇੰਟ PP ਪੁਆਇੰਟ 14 ਤੇ ਜਿੱਥੇ ਕਿ CO ਬਿਹਾਰ ਦੇ ਸੰਤੋਸ਼ ਦੀ ਇਹਨਾਂ ਦੀ ਬਾਬੂ ਦੀ ਡੈਥ ਹੋਈ ਔਰ ਪਹਿਲਾਂ ਜਿਹੜਾ ਸ਼ਹੀਦ ਹੋਏ ਨੇ 2 ਜਵਾਨ ਔਰ ਵਿਦ CO-16 ਬਿਹਾਰ ਇਸ ਏਰੀਏ ਦੇ ਵਿੱਚ ਇਹ PP 14 ਪੁਆਇੰਟ ਕਹਿੰਦੇ ਨੇ ਇਹ ਫਿੰਗਰ 2 ਦਾ ਹਿੱਸਾ ਹੈ। ਇਹਦੇ ਵਿੱਚ ਜਦੋਂ ਇਹ 6 ਤਰੀਕ ਨੂੰ ਮੀਟਿੰਗ ਹੋਈ ਔਰ ਡੀਐਸਕੇਲੇਟ ਦੀਆਂ ਅਲੱਗ-ਅਲੱਗ ਮੀਟਿੰਗਾਂ ਹੁੰਦੀਆਂ ਰਹੀਆਂ ਜਦੋਂ ਕੋਰ ਕਮਾਂਡਰ ਲੈਵਲ 'ਤੇ ਚਸ਼ੂਲ 'ਚ ਮੀਟਿੰਗ ਹੋਈ ਵੀ ਸਾਰਾ ਪਿੱਛੇ ਹੋ ਜਾਣਗੇ 2.5 ਕਿਲੋਮੀਟਰ ਹਟ ਜਾਣਗੇ ਅਤੇ ਇਹਨਾਂ ਨੂੰ ਪਰਸੋਂ ਇਹ CO ਨੂੰ 16 ਬਿਹਾਰ ਜਿਹੜੀ ਉੱਥੇ ਪਲਟਨ ਸੀ ਉਹਨਾਂ ਨੂੰ ਹਦਾਇਤ ਕੀਤੀ ਗਈ CO ਖੁਦ ਜਾ ਕੇ ਚੈੱਕ ਕਰਕੇ ਆਏ ਕਿ ਉਹ ਪਿੱਛੇ ਚਲੇ ਗਏ ਨੇ ਪੈਟਰੋਲਿੰਗ ਪੁਆਇੰਟ PP 14 ਤੋਂ ਕਿ ਨਹੀਂ ਗਲਵਾਨ ਵੈਲੀ 'ਚ। ਜਦੋਂ ਉਹ ਗਏ ਔਰ ਉਹਨਾਂ ਨੇ ਵੇਖਿਆ ਕਿ ਉੱਥੇ ਬੈਠੇ ਨੇ ਔਰ ਆਪਸ 'ਚ ਗੱਲਬਾਤ ਕਰਦਿਆਂ ਰਾਤ ਦਾ ਹਨੇਰਾ ਹੋ ਗਿਆ। ਸ਼ਾਮ ਜੀ ਨੂੰ ਉਹ ਤਿਆਰ ਬੈਠੇ ਸੀ ਕਿਉਂ ਜੋ ਉਹਨਾਂ ਨੂੰ ਆਰਡਰ ਜੋ ਵੈਸਟਰਨ ਥੀਏਟਰ ਇਹਨਾਂ ਦੇ ਵੈਸਟਰਨ ਕਮਾਂਡ ਇੱਥੇ ਤੈਨਾਤ ਹੈ ਤਿੱਬਤ ਜਿਹੜਾ ਕਿ ਇਸ ਏਰੀਆ ਐਕਸਾਈਜ਼ ਚੇਨ ਦੇ ਵਿੱਚ ਚਾਈਨਾ ਦੀ ਜਿਹਦੀ ਕਮਾਂਡ ਕੇ ਇੱਕ ਕਰਨਲ ਦੇ ਲੈਵਲ ਦੇ ਉੱਤੇ ਨੇ ਉਹਨਾਂ ਨੇ ਆਲਰੇਡੀ ਮੇਰੇ ਖਿਆਲ PLA ਵੱਲੋਂ ਜਾਂ ਗਵਰਨਮੈਂਟ ਵੱਲੋਂ ਜੋ ਵੀ ਸਨ ਉਹਨਾਂ ਨੂੰ ਬੜਾ ਕਲੀਅਰ ਆਰਡਰ ਸਨ ਕਿ ਉਹਨਾਂ ਨੇ ਤਾਰਾਂ ਲਪੇਟੀਆਂ ਪਈਆਂ ਸੀ ਕੰਡੇ ਵਾਲੀਆਂ ਜਿਹੜੀਆਂ ਕਿਉਂ ਗੋਲੀ ਚੱਲ ਨਹੀਂ ਸਕਦੀ ਸੀ, ਹੁਕਮ ਨਹੀਂ ਸਨ। ਇਸ ਕਰਕੇ ਜੋ ਲਾਠੀਆਂ ਸਨ ਵੱਡੀਆਂ ਬੱਲੀਆਂ ਉਹਨਾਂ 'ਤੇ ਤਾਰਾਂ ਲਪੇਟ ਕੇ ਉਹ ਤਿਆਰ ਬੈਠੇ ਸਨ ਰੱਖ ਕੇ ਜਿਵੇਂ ਕਿ ਆਮ ਸਾਡੇ ਹੁੰਦਾ ਲੜਾਈ ਹੁੰਦੀ ਹੈ ਸਾਡੇ ਪਿੰਡਾਂ 'ਚ ਜਾਂ ਦੂਜਿਆਂ 'ਚ ਹਾਕੀ ਅਤੇ ਬੈਟਮੈਨ ਉਹ ਦੂਜੇ ਲੈ ਕੇ ਬੈਟ ਵਗੈਰਾ ਲੈ ਕੇ ਬੇਸ ਬੈਟ ਲੈ ਕੇ ਜਾਂ ਦੂਜੇ 'ਚ ਇਸ ਤਰ੍ਹਾਂ ਹੀ ਇਹ ਬੈਠੇ ਸਨ ਤਿਆਰ। ਔਰ ਜਦੋਂ ਤਕਰਾਰ ਸ਼ਾਮ ਤੱਕ ਚੱਲਦਾ ਰਿਹਾ ਅਚਾਨਕ ਉਹਨਾਂ ਨੇ ਇਹ 'ਤੇ ਹਮਲਾ ਬੋਲਤਾ ਇਸ ਪਾਰਟੀ 'ਤੇ ਜਿਸ 'ਚ ਕਿ CO ਅਤੇ 2 ਜਵਾਨ ਉੱਥੇ ਸ਼ਹੀਦ ਹੋਏ ਨੇ ਰਾਤ ਸ਼ਾਮ ਨੂੰ। ਔਰ ਧੱਕਾ ਮੁੱਕੀ ਜੋ ਸ਼ੁਰੂ ਹੋਈ ਉਹਦੇ ਵਿੱਚ ਜ਼ਿਆਦਾ ਜਿਹੜੀਆਂ ਕੁਆਲਿਟੀਜ਼ ਅਗਲੇ ਦਿਨ ਸਾਨੂੰ ਪਤਾ ਲੱਗੀਆਂ ਨੇ 20 ਜਿਹੜੇ ਨੇ ਹੁਣ ਸਾਡੇ ਬੰਦੇ ਸ਼ਹੀਦ ਹੋਏ ਨੇ ਜਿਹਦਾ ਪਤਾ ਲੱਗਾ ਫਿਗਰ ਦਾ ਉਹ ਮੇਨਲੀ ਰਿਵਰ ਦੇ ਵਿੱਚ ਗਿਰਨ ਕਰਕੇ ਹੋਏ ਨੇ ਕਿਉਂ ਜੋ ਬਹੁਤ ਨੈਰੋ ਏਰੀਆ ਹੈ ਪਾਥਿਓ ਸੱਜੇ ਪਾਸੇ ਰਿਵਰ ਹੈ ਜਿੱਥੇ ਕਿ ਉਹ ਖੱਬੇ ਪਾਸੇ ਚਟਾਨ ਉੱਪਰ ਚੜ੍ਹਾਈ ਹੈ ਇਹ ਪਹਾੜੀ ਇਲਾਕਾ ਹੈ ਉਹਨਾਂ ਦੇ ਨੀਚੇ ਗਿਰਨ ਕਰਕੇ ਅਗਲੇ ਦਿਨ ਬੋਡੀਜ਼ ਉਹਨਾਂ ਕੋਲ ਰਿਕਵਰ ਕੀਤੀਆਂ ਗਈਆਂ। ਹੁਣ ਜੋ ਪਤਾ ਲੱਗ ਰਿਹਾ ਕਿ ਚਾਈਨਾ ਦੀਆਂ ਵੀ 30 ਬੰਦੇ ਜਿਹੜੇ ਨੇ ਉਹਨਾਂ ਦੇ ਮਾਰੇ ਗਏ ਨੇ ਜਿਨ੍ਹਾਂ 'ਚ ਇੱਕ ਮੇਜਰ ਕੈਪਟਨ ਸ਼ਾਮਲ ਹੈ। 30-35 ਨੇ ਜਾਂ 40 ਨੇ ਗਲੋਬਲ ਨਿਊਜ਼ ਕੋਈ ਕੁਛ ਕਹਿੰਦੀ ਹੈ ਉਹ 'ਚ ਕਿੰਨੀ ਕੁ ਸੱਚਾਈ ਹੈ। ਹੁਣ ਜਿਹੜੀ ਸਿਚੁਏਸ਼ਨ ਹੈ ਇਹ ਕਿ ਸਾਡੀ ਕੁਆਲਿਟੀਜ਼ ਹੋਈਆਂ ਨੇ
ਸਾਨੂੰ ਹੁਣ ਐਮਰਜੈਂਸੀ ਇੰਸਟਰਕਸ਼ਨ ਆਰਮੀ ਨੂੰ ਉੱਥੋਂ ਦਿੱਤੀਆਂ ਗਈਆਂ ਨੇ ਕਿ ਤੁਸੀਂ ਕੋਈ ਵੀ ਐਕਸ਼ਨ ਲੈ ਸਕਦੇ ਹੋ ਆਪਣੇ ਲੈਵਲ 'ਤੇ। ਅਗਰ ਚਾਈਨਾ ਕੋਈ ਹਰਕਤ ਕਰਦਾ ਹੈ ਤੁਹਾਨੂੰ ਖੁੱਲ੍ਹੀ ਛੁੱਟੀ ਹੈ ਕਿ ਤੁਸੀਂ ਐਕਸ਼ਨ ਐਮਰਜੈਂਸੀ ਉਹਨਾਂ ਨੂੰ ਪਰਮਿਸ਼ਨ ਮਿਲੀ ਹੈ। ਅੱਜ ਜਿੱਥੋਂ ਤੱਕ ਸਥਿਤੀ ਦਾ ਔਰ ਅੱਗੋਂ ਕੀ ਹੋਏਗਾ, ਇਹ ਦੋ ਚੀਜ਼ਾਂ 'ਤੇ ਮਨਸਰ ਕਰਦਾ ਹੈ। ਇੱਕ ਕਿ ਸਾਡਾ ਡਿਪਲੋਮੈਟਿਕ ਉਹਦਾ ਸੋਲਿਊਸ਼ਨ ਕੀ ਨਿਕਲ ਸਕਦਾ, ਕੀ ਹੋ ਸਕਦਾ, ਔਰ ਪੋਲੀਟੀਕਲ ਡਿਸੀਜ਼ਨ ਸਾਡਾ ਕੀ ਹੋਏਗਾ। ਅਸੀਂ ਇੱਕ ਚੀਜ਼ ਬਿਲਕੁਲ ਕਲੀਅਰ ਹੋਣੀ ਚਾਹੀਦੀ ਤੁਹਾਨੂੰ ਕਿ ਇਸ ਰੋਡ ਜਿਹੜੀ ਹੈ ਔਰ ਇਹ ਜਿਹੜਾ ਏਅਰਪੋਰਟ ਹੈ, ਜਿਹੜਾ ਏਅਰ ਸਟ੍ਰਿਪ ਦੀ ਮੈਂ ਵਾਰ-ਵਾਰ ਗੱਲ ਕਰਨਾ, ਦੌਲਤ ਬੇਗ ਓਲਡੀ, ਇਹ 14,000 ਦੀ ਉਚਾਈ 'ਤੇ ਸਥਿਤ ਹੈ। 14,000 ਦੀ ਉਚਾਈ 'ਤੇ ਗਲਵਾਨ ਵੈਲੀ ਜਿਹੜੀ ਹੈ ਬਿਲਕੁਲ ਨੀਚੇ, ਅਸੀਂ ਨਜ਼ਰ ਨਾਲ ਪੂਰਾ ਏਰੀਆ ਸਾਨੂੰ ਦਿਸਦਾ ਪਿਆ। ਪਹਾੜੀ ਇਲਾਕੇ 'ਚ ਉਚਾਈ ਬਹੁਤ ਮਾਇਨੇ ਰੱਖਦੀ ਹੈ, ਕਿਉਂ ਮੈਂ ਕਾਰਗਿਲ ਦੀ ਵਾਰ ਲੜੀ ਹੈ ਔਰ ਟਾਈਗਰ ਹਿੱਲ ਲਿਆ, ਔਰ ਮੈਨੂੰ ਪਤਾ ਕਿ ਇਸ ਉਚਾਈ ਦਾ ਕੀ ਮਤਲਬ ਹੁੰਦਾ ਹੈ। ਇਸੇ ਕਰਕੇ ਮੈਂ ਟਾਈਗਰ ਟੌਪ ਨੂੰ ਪਹਿਲਾਂ ਕੈਪਚਰ ਕਰਵਾਇਆ ਸੀ। ਮੈਨੂੰ ਪਤਾ ਕਿ ਉਚਾਈ ਕੀ ਮਾਇਨੇ ਰੱਖਦੀ ਹੈ ਇਹ ਏਰੀਏ 'ਚ। ਇਹ ਏਰੀਆ ਅਸੀਂ ਸਾਫ਼ ਦੇਖ ਸਕਦੇ ਹਾਂ। ਪਹਿਲੀ ਗੱਲ ਕਿ ਅਸੀਂ ਸਾਡੇ ਰਿਜ ਲਾਈਨ 'ਤੇ ਬੈਠੇ ਜਿਹੜੀ ਉਹ ਉਚਾਈ 'ਤੇ ਹੈ। ਦੂਸਰੀ ਚੀਜ਼ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਤਿੱਬਤ ਦਾ ਇਲਾਕਾ ਹੈ, ਜਿਹੜਾ ਉਹ 5,000 ਉਚਾਈ 'ਤੇ ਇੱਕ ਪਲੇਟੋ ਹੈ, ਜਿਹੜਾ ਕਿ ਪਹਿਲਾਂ ਹੀ 5,000 ਉਚਾਈ 'ਤੇ, ਉੱਤੇ ਕੋਈ ਜਹਾਜ਼ ਜਿਹੜਾ ਕੋਈ ਸਿਵਲੀਅਨ ਜਹਾਜ਼ ਉੱਥੋਂ ਨਹੀਂ ਲੰਘਦਾ ਤਿੱਬਤ ਉੱਤੋਂ ਦੀ ਉਚਾਈ ਕਰਕੇ। ਔਰ ਅਗਰ ਉਹਨਾਂ ਨੂੰ ਪਾਕਿਸਤਾਨ ਨੂੰ ਜਾਂ ਚਾਈਨਾ ਨੂੰ ਉਹਨਾਂ 'ਤੇ ਸਾਡੇ 'ਤੇ ਕੋਈ ਖੁਦਾ ਨਾ ਖਾਸਤਾ ਕੋਈ ਐਸੀ ਅਟੈਕ ਕਰਨਾ ਪਏ ਜਾਂ ਕੁਛ ਕਰਨਾ ਪਏ, ਤੁਸੀਂ ਇਮੈਜਿਨ ਕਰੋ ਕਿ ਉਹਨਾਂ ਨੂੰ ਤਿੱਬਤ ਕ੍ਰੋਸ ਕਰਨਾ ਪਏਗਾ। ਤਿੱਬਤ ਕ੍ਰੋਸ ਕਰਨ ਲਈ ਉਹਨਾਂ ਨੂੰ 15,000 ਜਾਂ 17,000 ਦੀ ਉਚਾਈ ਤੋਂ ਵੀ ਉੱਤੇ ਉਹ ਹੈਵੀ ਪੇਲੋਡ ਕੋਈ ਨਹੀਂ ਲਿਆ ਸਕਦੇ, ਕੋਈ ਹੈਵੀ ਮਿਸਾਈਲ ਬੰਬ ਜਾਂ ਨਹੀਂ ਲਿਆ ਸਕਦੇ। ਜਿੱਥੇ ਕਿ ਸਾਨੂੰ ਜਿਹੜੀ ਇਸ ਦੌਲਤ ਬੇਗ ਓਲਡੀ ਏਅਰਫੀਲਡ ਤੋਂ ਅਸੀਂ ਉਹਨਾਂ ਦੀ ਰੋਡ ਜਿਹੜੀ ਅਸੀਂ ਪੀਸੀ ਬਣਾਈ ਹੈ ਉਹ ਵੀ ਇੰਟਰਡਿਕਟ ਕਰ ਸਕਦੇ ਹਾਂ, ਔਰ ਗਲਵਾਨ ਵੈਲੀ 'ਤੇ ਵੀ ਅਸੀਂ ਬਾਈ ਏਅਰ ਸਾਡੇ ਕੋਈ ਵੀ ਏਅਰਕ੍ਰਾਫਟ ਲੈਂਡ ਕਰ ਸਕਦੇ ਨੇ, ਔਰ ਅਸੀਂ ਕੁਛ ਵੀ ਉਹਨਾਂ ਨੂੰ ਐਕਸਾਈ ਚਿੰਨ ਨੂੰ ਪੂਰੇ ਦੇ ਪੂਰਾ ਸਾਡੇ ਬਿਲਕੁਲ ਨਜ਼ਰ ਦੇ ਨੀਚੇ ਹੈ। ਸੋ ਅਸੀਂ ਇਸ ਖੁਦਾ ਨਾ ਖਾਸਤਾ ਅਗਰ ਕੋਈ ਐਸੀ ਗੱਲ ਹੋਈ, ਅਸੀਂ ਇੰਨੀ ਡਿਸਐਡਵਾਂਟੇਜ 'ਚ ਨਹੀਂ ਹਾਂ ਟੈਕਨੀਕਲੀ ਜਿੰਨਾ ਕਿ ਚਾਈਨਾ ਹੈ। ਓਵਰਆਲ ਮੈਂ ਨਹੀਂ ਗੱਲ ਕਰਨਾ ਚਾਹੁੰਦਾ ਕਿ ਓਵਰਆਲ ਚਾਈਨਾ ਜੋ ਹੈ ਅਲੱਗ-ਅਲੱਗ ਜਗ੍ਹਾ 'ਤੇ ਘਿਰਿਆ। ਇਹ ਅਗਰ ਪਾਕਿਸਤਾਨ ਔਰ ਟੂ ਫਰੰਟ ਵਾਰ ਵੀ ਹੋਈ ਫਿਰ ਵੀ ਅਸੀਂ ਉਹਦੇ ਲਈ ਪ੍ਰਪੇਅਰਡ ਹਾਂ। ਸਾਡਾ ਇੱਧਰੋਂ ਕਜ਼ਾਕਿਸਤਾਨ ਤੱਕ ਉੱਥੇ ਵੀ ਏਅਰ ਬੇਸ ਹੈ। ਜੇ ਜਾਪਾਨ ਦੇ ਨਾਲ ਅਸੀਂ ਲੱਗ ਕੇ ਔਰ ਵੀਅਤਨਾਮ ਦੇ ਨਾਲ ਲੱਗ ਕੇ 3 ਫਰੰਟ ਅਸੀਂ ਆਪਣੇ ਕਰੀਏ ਤਾਂ ਸਾਡਾ ਨੇਵਲ ਜਿਹੜਾ ਹੈ ਅਸੀਂ ਉਹਨੂੰ ਬਲੋਕ ਬੜਾ ਈਜ਼ੀਲੀ ਕਰ ਸਕਦੇ ਹਾਂ ਸਾਊਥ ਚਾਈਨਾ ਸੀ ਤੋਂ, ਔਰ ਉੱਧਰੋਂ ਅਰਬ ਸਾਗਰ ਦੇ ਵਿੱਚ, ਇੱਧਰੋਂ ਬੇ ਆਫ ਬੰਗਾਲ 'ਚ ਔਰ ਅਰਬ ਸਾਗਰ ਦੇ ਵਿੱਚ ਅਸੀਂ ਉਹਨੂੰ ਚਾਈਨਾ ਉਹਨੂੰ ਨੇਵਲ ਨਾਲ ਬਲੋਕ ਕਰ ਸਕਦੇ ਹਾਂ। ਏਅਰਫੋਰਸ ਸਾਡੀ ਸਟਰੋਂਗ ਹੈ, ਭਾਵੇਂ ਉਹਨਾਂ ਕੋਲ 1500 ਏਅਰਕ੍ਰਾਫਟ ਨੇ ਔਰ ਉਹਨਾਂ ਦੀ ਜਨਰੇਸ਼ਨ ਜਿਹੜੀ ਓਲਡ ਜਨਰੇਸ਼ਨ ਦੇ 800 ਨੇ ਔਰ ਨਵੀਂ ਜਨਰੇਸ਼ਨ ਦੇ 700 ਏਅਰਕ੍ਰਾਫਟ ਨੇ। ਸਾਡੇ ਕੋਲ ਭਾਵੇਂ ਘੱਟ ਨੇ, ਨਵੀਂ ਜਨਰੇਸ਼ਨ ਪਾ ਕੇ ਸਾਡੇ ਕੋਲ 850 ਨੇ, ਪਰ ਫਿਰ ਵੀ ਅਸੀਂ ਉਹ ਕਹਿੰਦੇ ਨੇ ਕਿ ਇਟ ਇਜ਼ ਅ ਮੈਨ ਬਿਹਾਈਂਡ ਦਾ ਵੈਪਨ, ਇਟ ਵੈਪਨ ਡਜ਼ਨਟ ਮੈਟਰ। ਤੁਸੀਂ ਵੇਖਿਆ ਕਿ ਮਿਗ 21 ਹੁਣੇ ਉਹਨਾਂ ਨੇ ਹੀ ਆਪਣਾ ਜੋ F-16 ਨੂੰ ਮਾਰ ਕਰਾਇਆ ਸੀ। ਇਹ ਜੋ ਸਾਡਾ ਪਾਇਲਟ ਸੀ ਉਹਦਾ ਚਲਾਉਣ ਦਾ ਅਕਸ਼ਮਤਾ ਸੀ, ਇਸ ਕਰਕੇ ਨਹੀਂ ਕਿ ਮਿਗ 21 ਕਿੰਨਾ ਪੁਰਾਣਾ ਏਅਰਕ੍ਰਾਫਟ ਹੈ, ਇਟਸ ਅ ਮੈਨ ਬਿਹਾਈਂਡ ਦਾ ਵੈਪਨ। ਸੋ ਇਸ ਕਰਕੇ ਇਹ ਹੁਣ ਸਾਰਾ ਮਨਸਰ ਕਰੇਗਾ ਕਿ ਅੱਗੇ ਤੋਂ ਹੁਣ ਕੀ ਟਾਕ ਹੋਏਗੀ, ਕੀ ਗੱਲ ਬਈ, ਕੀ ਸੋਲਿਊਸ਼ਨ ਨਿਕਲੇਗਾ, ਪੋਲੀਟੀਕਲ ਸੋਲਿਊਸ਼ਨ ਕੀ ਨਿਕਲੇਗਾ, ਡਿਪਲੋਮੈਟਿਕ ਕੀ ਨਿਕਲੇਗਾ, ਔਰ ਆਰਮੀ ਲੈਵਲ 'ਤੇ ਟੈਕਟੀਕਲ ਲੈਵਲ 'ਤੇ ਕੀ ਹੋਏਗਾ। ਸਰ ਜਿੱਦਾਂ ਕਿ ਤੁਸੀਂ ਦੱਸਿਆ ਹੈਗਾ, ਸਾਡੇ ਇੱਥੇ 8 ਫਿੰਗਰਸ ਹੈਗੀਆਂ, ਜਿਹਦੇ ਵਿੱਚੋਂ 8 to 4 ਆਪਾਂ ਪੈਟਰੋਲਿੰਗ ਕਰਦੇ ਸੀਗੇ, ਅਤੇ ਇਹ ਜਿਹੜੀ 230 ਕਿਲੋਮੀਟਰ ਦੀ ਰੋਡ ਬਣਾਈ ਗਈ ਆ, ਉਦੋਂ ਇਹ ਚਾਈਨਾ ਨੇ ਕੋਈ ਵੀ ਗੱਲ ਨਹੀਂ ਕੀਤੀ, ਅਤੇ ਅੱਜ ਇਹਦਾ ਇੱਥੇ ਆ ਕੇ ਇਹ ਜਿਹੜਾ ਕਿ ਏਅਰ ਬੇਸ ਬਣਾਉਣ ਦਾ ਕੀ ਕਾਰਨ ਰਿਹਾ ਹੈਗਾ? ਬੇਸ ਬਣਾਉਣ ਦਾ ਕਾਰਨ ਉਹਦਾ ਨਹੀਂ ਹੈ, ਕਾਰਨ ਉਹਦਾ ਸੀ ਕਿ ਜਦੋਂ ਪਿਛਲੇ ਸਾਲ 2019 'ਚ 19 ਦੇ ਵਿੱਚ ਇਨੈਗੋਰੇਟ ਕੀਤੀ ਰੋਡ ਅਸੀਂ, ਅਤੇ ਮੇਰਾ ਖਿਆਲ 19 ਤੋਂ ਹੀ ਇਹਨਾਂ ਨੇ ਮਨਸੂਬਾ ਇਹ ਬਣਾ ਲਿਆ ਸੀ, ਪਰ ਕਰੋਨਾ ਕਰਕੇ ਉਹਨਾਂ ਦਾ ਵੀ ਡਿਲੇ ਹੋ ਗਿਆ। ਜਦੋਂ ਉੱਭਰ ਗਏ ਥੋੜ੍ਹਾ ਕਰੋਨਾ ਤੋਂ, ਉਹਨਾਂ ਨੇ ਪਹਿਲਾਂ ਹੀ ਇਹ ਸਾਰਾ ਮਨਸੂਬਾ ਬਣਾ ਰੱਖਿਆ ਸੀ ਕਿ ਜੋ ਐਤਕੀ ਪੈਟਰੋਲਿੰਗ ਜਾਏਗੀ ਉਹ ਜਾ ਕੇ ਆਕੂਪਾਈ ਕਰ ਲੇਗੀ। ਉਹਨਾਂ ਦੀ ਪੈਟਰੋਲਸ ਮੇਰੇ ਖਿਆਲ ਪਹਿਲਾਂ ਆ ਗਈਆਂ, ਸਾਡੀਆਂ ਪੈਟਰੋਲਸ ਬਾਅਦ 'ਚ ਗਈਆਂ, ਔਰ ਆ ਕੇ ਉਹਨਾਂ ਨੇ ਆਕੂਪਾਈ ਕਰ ਲਈ ਪੋਜੀਸ਼ਨ 4 'ਤੇ, ਫਿੰਗਰ 4 'ਤੇ। ਔਰ ਇੱਧਰੋਂ ਗਲਵਾਨ ਵੈਲੀ 'ਚ ਜਿਹੜਾ PP ਪੈਟਰੋਲਿੰਗ ਪੁਆਇੰਟ 14 ਸੀ, ਜਿੱਥੋਂ ਤੱਕ ਪੈਟਰੋਲ ਆਉਂਦੀ ਸੀ, ਉਹ ਪੈਟਰੋਲ ਉਹਨਾਂ ਦੀ ਵਾਪਸ ਨਹੀਂ ਗਈ, ਜਿੱਥੇ ਕਲੈਸ਼ ਹੋਇਆ। ਔਰ ਇਹ ਬੇਸਿਸ ਉਹਨਾਂ ਨੇ ਮੇਰਾ ਖਿਆਲ ਇੱਕ ਪਹਿਲਾਂ ਪ੍ਰੀ ਪਲਾਨ
ਇਹ ਸਾਰੀ ਤਜਵੀਜ਼ ਸੀ ਉਹਨਾਂ ਦੀ। ਸਰ ਜਿੱਦਾਂ ਕਿ ਤੁਸੀਂ ਦੱਸਿਆ ਹੈਗਾ ਇਹਨਾਂ ਦਾ ਪ੍ਰੀ ਪਲਾਨ ਸੀਗਾ ਕਿ ਇਹਦੇ ਵਿੱਚ ਤੁਸੀਂ ਜਿੱਦਾਂ ਕਿ ਇੱਥੇ ਆਪਣੇ ਸੈਟੇਲਾਈਟਸ ਵੀ ਹੁੰਦੇ ਆ, ਜਿੱਦਾਂ ਤੁਸੀਂ ਦੱਸ ਚੁੱਕੇ ਹੈਗੇ ਆ, ਅਤੇ ਉਹਦੇ ਵਿੱਚ ਕਈ ਆਪਣੀਆਂ ਇੰਟੈਲੀਜੈਂਸ ਹੈਗੀਆਂ ਆ। ਇਸ ਚੀਜ਼ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਾ ਕਿ ਇਹ ਜਿਹੜੀ ਚਾਈਨਾ ਆਰਮੀ ਇੱਥੇ ਕਿੰਨੀ ਦੇਰ ਦੀ ਆ ਕੇ ਬੈਠੀ ਹੋਈ ਆ। ਮੈਂ ਨਹੀਂ ਕਹਿ ਸਕਦਾ ਵੀ ਇਹ ਪੈਟਰੋਲਸ ਜਿਹੜੀਆਂ ਨੇ ਜਿਹੜੀਆਂ 4 ਤੇ ਜਾਂ ਇਹ ਜਿਹੜੀਆਂ ਨੇ PP 14 ਤੇ ਕਦੋਂ ਦੀ ਆ ਕੇ ਬੈਠੀਆਂ ਨੇ, ਪਰ ਪਿੱਛੇ ਜਿਹੜੀਆਂ ਇਨਫਰਾਸਟਰਕਚਰ ਨੇ ਉਹ ਸੈਟੇਲਾਈਟ ਪਿਕਚਰਾਂ ਹੁਣ ਸ਼ੋਅ ਕਰ ਰਹੀਆਂ ਨੇ ਕਿ ਉਹਨਾਂ ਦੀਆਂ ਪੁਰਾਣੀਆਂ ਪਿੱਛੇ ਜਿਹੜੀਆਂ ਬੇਸਿਸ ਹਨ ਉਹਨਾਂ ਨੂੰ ਉਹਨਾਂ ਨੇ ਇੰਪਰੂਵ ਕੀਤਾ। ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਬਿਲਡਿੰਗਸ ਵੀ ਬਣਾਈਆਂ ਨੇ, ਪਿੱਛੇ ਬੰਕਰਸ ਵੀ ਨੇ ਜਾਂ ਕੁਛ ਨੇ, ਬੰਕਰਸ ਕਹਿ ਲਓ, ਜਾਂ ਕੋਈ ਉਹਨਾਂ ਨੇ ਕਿਹਾ ਤਬਦੀਲ ਕੀਤਾ ਕਿ ਪਿੰਡ ਵਾਲੇ ਵੀ ਇਸਤੇਮਾਲ ਕਰ ਸਕਦੇ ਨੇ। ਚਾਈਨਾ ਆਰਮੀ ਜਿਹੜੀ PLA ਇਹ ਉਹਨਾਂ ਦਾ ਅਲੱਗ ਹੁੰਦਾ ਤਰੀਕਾ ਕਿ ਉਹ ਸਿਵਲੀਅਨਸ ਨੂੰ ਉੱਥੇ ਦੇ ਦਿੰਦੇ ਨੇ, ਉਸ ਤੋਂ ਬਾਅਦ ਆਪ ਇਸਤੇਮਾਲ ਕਰ ਲੈਂਦੇ ਨੇ, ਡੁਅਲ ਚੱਲਦਾ। ਪਰ ਮੈਂ ਹੈਰਾਨ ਹਾਂ ਕਿ ਸੈਟੇਲਾਈਟ ਪਿਕਚਰਸ ਸ਼ੋਅ ਕਰਨੀਆਂ ਚਾਹੀਦੀਆਂ ਸੀ ਔਰ ਰਾਹ ਨੂੰ ਇਸ ਦਾ ਪਤਾ ਲੱਗਣਾ ਚਾਹੀਦਾ ਸੀ ਕਿ ਪਿੱਛੇ ਉਹਨਾਂ ਦੀਆਂ ਸਾਰੀਆਂ ਪ੍ਰੈਪਰੇਸ਼ਨ ਸ਼ੁਰੂ ਹੋ ਗਈ ਹੈ ਔਰ ਅੱਗੇ ਆ ਕੇ ਉਹ ਹੋ ਸਕਦਾ ਪੈਟਰੋਲ ਜਿਹੜੀਆਂ ਨੇ ਵਾਪਸ ਨਾ ਜਾਣ, ਅਤੇ ਸਾਡਾ ਕੀ ਉਦੋਂ ਮਕਸਦ, ਸਾਡਾ ਕੀ ਹੋਏਗਾ ਉਦੋਂ ਹੱਲ ਇਹਦਾ, ਔਰ ਸਾਨੂੰ ਕੀ ਪ੍ਰੀਕਾਸ਼ਨ ਲੈਣੇ ਚਾਹੀਦੇ ਨੇ। ਸਰ ਜਿੱਦਾਂ ਕਿ ਦੱਸਿਆ ਜਾਂਦਾ ਹੈਗਾ ਕਿ ਤੁਹਾਨੂੰ ਕਾਰਗਿਲ ਹੀਰੋ ਵੀ ਕਿਹਾ ਜਾਂਦਾ ਹੈਗਾ, ਅਤੇ ਹੁਣ ਜਿੱਦਾਂ ਕਿ ਇਹ ਵਾਲੀ ਸਿਚੁਏਸ਼ਨ ਹੈਗੀ ਆ, ਤੁਹਾਡੇ ਅਕੋਰਡਿੰਗ ਇਹਨੂੰ ਹੋਰ ਕਿਸ ਤਰ੍ਹਾਂ ਹੈਂਡਲ ਕਰਨਾ ਚਾਹੀਦਾ ਹੈ? ਦੇਖੋ, ਕਾਰਗਿਲ ਹੀਰੋ ਜਾਂ ਕਾਰਗਿਲ ਦੀ ਲੜਾਈ ਜਿਹੜੀ ਸੀ ਉਹ ਇੱਕ ਅਲੱਗ ਸੀ। ਸਾਨੂੰ ਹੁਕਮ ਮਿਲਿਆ ਸੀ ਕਿ ਇਹਨੂੰ ਕਰਨਾ ਕਬਜ਼ਾ, ਔਰ ਮੈਂ ਟਾਈਗਰ ਹਿੱਲ 'ਤੇ ਲਿਆ, ਉਸ ਤੋਂ ਬਾਅਦ ਜ਼ੁਲੂ ਸਪਰ ਲਿਆ। ਟਾਈਗਰ ਹਿੱਲ ਜਿਹੜੀ ਸਾਡੀ ਕਾਰਗਿਲ ਦੀ ਲੜਾਈ ਸੀ ਬਹੁਤ ਸਖਤ ਸੀ। ਇਸ ਤਰ੍ਹਾਂ ਹੀ ਅਸੀਂ ਉਹਨਾਂ ਨੂੰ ਆ ਕੇ ਬੈਠ ਗਏ ਸੀ ਔਰ ਉਹਨਾਂ ਚੋਟੀਆਂ ਤੋਂ ਉਹਨਾਂ ਨੂੰ ਪਿੱਛੇ ਧੱਕੇ ਲਿਆ। ਕਿਵੇਂ ਪਿੱਛੇ ਲਿਆਇਆ, ਇਹ ਇੱਕ ਸਟੋਰੀ ਨਹੀਂ, ਇੱਕ ਹਿਸਟਰੀ ਹੈ। ਇਸ 'ਚ ਮੈਂ ਕੁਛ ਨਹੀਂ ਕਹਿ ਸਕਦਾ ਕਿ ਮੈਂ ਇੱਕ ਲੈਵਲ 'ਤੇ ਕੋਈ ਡਿਸੀਜ਼ਨ ਨਹੀਂ ਦੇ ਸਕਦਾ, ਪਰ ਮੈਂ ਤੁਹਾਨੂੰ ਦੱਸਦਾ ਕਿ ਟੈਕਨੀਕਲੀ ਸਾਨੂੰ ਐਡਵਾਂਟੇਜ ਹੈ। ਅਸੀਂ ਗਲਵਾਨ ਵੈਲੀ ਵੱਲ ਨੀਚੇ ਦੇਖ ਰਹੇ ਹਾਂ, ਐਡਵਾਂਟੇਜ ਹੈ, ਪਰ ਉਹਦਾ ਰੀਪਰਕਸ਼ਨ ਕੀ ਹੋਏਗਾ ਇਹ ਸਾਨੂੰ ਸੋਚਣਾ ਪਏਗਾ। ਉਹਦਾ ਅੱਗੋਂ ਰੀਪਰਕਸ਼ਨ ਕੀ ਹੋਏਗਾ ਕਿ ਕਿਵੇਂ ਚਾਈਨਾ ਰਿਐਕਟ ਕਰਦਾ ਉਸ ਚੀਜ਼ ਨੂੰ। ਸੋ ਮੈਂ ਜਿੰਨੀ ਦੇਰ ਇਹ ਡਿਪਲੋਮੈਟਿਕ ਔਰ ਪੋਲੀਟੀਕਲ ਡਿਸੀਜ਼ਨ ਹੀ ਇਹਦੇ 'ਤੇ ਸਾਰਾ ਕੁਝ ਅਸਰ ਕਰੇਗਾ ਔਰ ਉਹੀ ਇੱਕ ਨਿਰਧਾਰਿਤ ਕਰੇਗਾ ਕਿ ਸਾਡਾ ਟੈਕਨੀਕਲੀ ਸਾਡੇ ਸੋਲਜਰ ਨੂੰ ਕਿਵੇਂ ਐਕਸ਼ਨ ਲੈਣਾ ਚਾਹੀਦਾ। ਕੀ ਹੁਣ ਫਾਇਰ ਖੋਲ੍ਹਣ ਦਾ ਟਾਈਮ ਆ ਗਿਆ? ਕੀ ਹੁਣ ਉਹ 에ਅਰਫੋਰਸ ਯੂਜ਼ ਕਰਨ ਦਾ ਟਾਈਮ ਆ ਗਿਆ? ਕੀ ਆਲ ਆਊਟ ਵਾਰ ਦਾ ਟਾਈਮ ਆ ਗਿਆ? ਕੀ ਅਸੀਂ ਦੋਨੋਂ ਫਰੰਟ ਸਾਂਭ ਸਕਦੇ? ਕੀ ਵਰਸਟ ਕੰਟੀਜੈਂਸੀ 'ਚ ਕੀ ਹੋ ਸਕਦਾ? ਕੀ ਅਸੀਂ ਡਿਪਲੋਮੈਟਿਕਲੀ ਇਹਨੂੰ ਕਰੀਏ, ਸੁਲਝਾਈਏ? ਜੇ ਅਗਰ ਉਹਨਾਂ ਦੀ ਕੁਆਲਿਟੀਜ਼ ਹੋਣੀਆਂ ਹੋਈਆਂ, ਸਾਡੀਆਂ ਵੀ ਹੋਈਆਂ, ਕੀ ਇਹ ਪੋਲੀਟੀਕਲ ਡਿਸੀਜ਼ਨ ਕੀ ਹੁੰਦਾ ਹੈ? ਇਹ ਮੈਂ ਸਮਝਦਾ ਕਿ ਇੱਕ BJP ਗਵਰਨਮੈਂਟ ਵਾਸਤੇ ਇੱਕ ਐਸਿਡ ਟੈਸਟ ਹੈ, ਇੱਕ ਲਿਟਮਸ ਟੈਸਟ ਹੈ ਕਿ ਕੀ ਉਹ ਫੈਸਲਾ ਲਈ। ਸਰ ਜਿੱਦਾਂ ਕਿ ਆਪਣੇ ਗੁਲਵਾਨ ਵੈਲੀ ਦੇ ਕੋਲ ਇਹ ਆਰਮੀ ਆ ਗਈ ਹੈਗੀ ਆ, 2.5 ਕਿਲੋਮੀਟਰ ਦਾ ਇਹਨਾਂ ਨੂੰ ਕਿਹਾ ਵੀ ਗਿਆ ਸੀ ਪਿੱਛੇ ਜਾਣ ਵਾਸਤੇ, ਅਤੇ ਆਪਣੀਆਂ ਸਰਕਾਰਾਂ ਦੀ ਮੀਟਿੰਗ ਵੀ ਹੋਈ ਸੀ। ਇਹ ਹਮੇਸ਼ਾ ਹੀ ਚਾਈਨਾ ਜਿਹੜਾ ਇੰਡੀਆ ਨਾਲ ਡਿਪਲੋਮੈਟਿਕ ਚੱਲਦਾ ਆਇਆ, ਅਤੇ ਇਸ ਵਾਰ ਜਿਹੜਾ ਕਿ ਇਹਨਾਂ ਦੀ ਮੀਟਿੰਗ ਹੋਈ ਹੈ, ਇਹਨਾਂ ਨੂੰ ਕਿਹਾ ਹੈ ਕਿ ਵਾਪਸ ਜਾਣ ਨੂੰ। ਤੁਹਾਨੂੰ ਕੀ ਲੱਗਦਾ ਕਿ ਇਹ ਇਸ ਵਾਰ ਵੀ ਡਿਪਲੋਮੈਟਿਕ ਰਹਿਣਗੇ ਕਿ ਆਪਣਾ ਕੋਈ ਵਿਚਾਰ ਅੱਗੇ ਰੱਖਣਗੇ? ਮੇਰਾ ਖਿਆਲ ਹੈ ਕਿ ਡਿਪਲੋਮੈਟਿਕ ਰਹਿਣਗੇ ਔਰ ਅੱਗੋਂ ਵਿਚਾਰ ਕੀ ਹੁੰਦਾ ਹੈ, ਕਿਵੇਂ ਡਿਪਲੋਮੈਟਿਕ ਨਾਲ ਕੀ ਇਹ ਰਿਜ਼ੋਲਵ ਹੁੰਦਾ ਹੈ, ਕੀ ਉਹ ਪਿੱਛੇ ਜਾਂਦੇ ਨੇ ਅਤੇ ਕੀ ਇਹ ਸਿਚੁਏਸ਼ਨ ਜਿਹੜੀ ਦੁਬਾਰਾ ਨੋਰਮਲ ਆ ਸਕਦੀ ਹੈ। ਇਹ ਡਿਪਲੋਮੈਟਿਕ ਮੈਂ ਦੱਸਿਆ 2 ਡਿਸੀਜ਼ਨ ਜਿਹੜੇ ਨੇ ਬਹੁਤ ਅਹਿਮ ਨੇ, ਡਿਪਲੋਮੈਟਿਕ ਔਰ ਪੋਲੀਟੀਕਲ। ਇਹਦਾ ਪੋਲੀਟੀਕਲ ਰਿਪਰਕਸ਼ਨਸ ਕਿਉਂ ਜੋ ਆਮ ਲੋਕਾਂ ਨੂੰ ਨਹੀਂ ਪਤਾ, ਸਭ ਸੋਚਦੇ ਨੇ ਕਿ ਕਿਉਂ ਨਹੀਂ ਸਾਡੇ 20 ਜਵਾਨ ਕਿਉਂ ਸ਼ਹੀਦ ਹੋਏ, ਸਾਡੇ ਅਫਸਰ ਕਿਉਂ ਇੱਕ CO ਸ਼ਹੀਦ ਹੋਇਆ, 20 ਜਵਾਨ ਕਿਉਂ ਸ਼ਹੀਦ ਹੋਏ। ਉਹਨਾਂ ਨੂੰ ਨਹੀਂ ਹੈ ਕਿ ਗਲਵਾਨ ਵੈਲੀ 'ਚ ਕੀ ਹੈ, ਕੀ ਸਟ੍ਰੈਟੇਜਿਕ ਇੰਪੋਰਟੈਂਸ ਹੈ, ਕੀ ਟੈਕਟੀਕਲ ਇੰਪੋਰਟੈਂਸ ਹੈ, ਅਤੇ ਉਹ ਵੀ ਇੱਕ ਅਸਰ ਪਾਏਗਾ ਜਿਹੜਾ ਕਿ ਪੋਲੀਟੀਕਲ ਡਿਸੀਜ਼ਨ ਨੂੰ ਮੋਟੀਵੇਟ ਕਰੇਗਾ। ਔਰ ਜਿਹੜਾ ਡਿਪਲੋਮੈਟਿਕ ਕਰੇਗਾ ਉਹ ਕਰੇਗਾ ਜੇ ਉਹ ਪਿੱਛੇ ਹਟ ਗਏ ਡਿਪਲੋਮੈਟਿਕਲੀ, ਉਹਨਾਂ ਸਮਝਦਾਰੀ ਰੁਖਾਈ ਔਰ ਸਾਡੇ ਡਿਪਲੋਮੈਸੀ ਜਿਹੜੀ ਹੈ ਠੀਕ ਕੰਮ ਕੀਤੀ ਔਰ ਅਸੀਂ ਉਹ 'ਚ ਕਾਮਯਾਬ ਹੋਏ, ਦੋਵੇਂ ਚੀਜ਼ਾਂ ਨਾਲ ਹੋ ਸਕਦਾ। ਇਹ ਸੀ ਸਾਡੇ ਨਾਲ ਰਿਟਾਇਰ ਬ੍ਰਿਗੇਡੀਅਰ ਮਹਿੰਦਰ ਸਿੰਘ ਬਾਜਵਾ ਜੀ, ਜਿਨ੍ਹਾਂ ਨੇ ਕਿ ਸਾਨੂੰ ਪ੍ਰੋਪਰ ਤੌਰ 'ਤੇ ਦੱਸਿਆ ਹੈਗਾ ਕਿ ਜਿਹੜੀ ਕਿ ਇਹ ਚਾਈਨਾ ਅਤੇ ਇੰਡੀਆ ਦੀ ਵਾਰ ਵਾਲੀ ਸਥਿਤੀ ਬਣੀ ਹੋਈ ਹੈਗੀ ਹੈ, ਅਤੇ ਇਹ ਤੋਂ ਕੀ ਆਪਾਂ ਕਿਹੜੀ ਜਗ੍ਹਾ 'ਤੇ ਧਿਆਨ ਰੱਖ ਸਕਦੇ ਹਾਂ। ਅਤੇ ਹੁਣ ਜਿੱਦਾਂ ਕਿ ਇਹਨਾਂ ਨੇ ਦੱਸਿਆ ਆ ਕਿ ਆਰਮੀ ਨੂੰ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਡਿਸੀਜ਼ਨ ਤੁਹਾਡੇ 'ਤੇ ਹੈ ਕਿ ਨੋਰਮਲ ਤੌਰ 'ਤੇ ਜੇ ਕੁਝ ਹੁੰਦਾ ਤਾਂ ਤੁਸੀਂ ਆਪਣਾ ਡਿਸੀਜ਼ਨ ਲੈ ਕੇ ਕੁਝ ਵੀ ਕਰ ਸਕਦੇ ਹੋ। ਬਾਕੀ ਜਿੱਦਾਂ ਕਿ ਦੱਸਿਆ ਇਹ ਸਰਕਾਰਾਂ 'ਤੇ ਡਿਪੈਂਡ ਕਰਦਾ ਹੈਗਾ ਕਿ ਹੁਣ ਉਹ ਇਸ ਚੀਜ਼ ਦੇ ਉੱਤੇ ਕਿੱਦਾਂ ਦੀ ਇੰਸਟਰਕਸ਼ਨ ਆਰਮੀ ਨੂੰ ਦਿੰਦੇ ਹੈਗੇ ਆ ਅਤੇ ਉਸ 'ਤੇ ਆਰਮੀ ਅਗਲੀ ਕਾਰਵਾਈ ਕਰ ਸਕੇ। ਕੈਮਰਾਮੈਨ ਰੋਹਿਤ ਦੇ ਨਾਲ ਅੰਮ੍ਰਿਤਪਾਲ ਸਿੰਘ, ਟਰੂ ਸਕੂਪ।